नाह न जिना पास जग जीवन पुरख त्याग कै मानस संधि आस आषाढ़ तपंदा तिस लगे हर नाह न जिना पास जग जीवन पुरख त्याग कै मानस संधि आस दोए पाए विगुचिए गल पई सो जम के फास जेहा बीजै सो लुणै मथे जो लिखियास रैण विहाणी पछताणी उठ चली गई निरास जिनको साधु भेटिए सो दरगह होए खलास कर कृपा प्रभ अपनी तेरे दर्शन होए प्यास प्रभ तुद बिन दूजा को नहीं नानक की अरदास आषाढ़ सुहंदा तिस लगे जिस मन हर चरण निवास आषाढ़ सुहंदा तिस लगे जिस मन हर चरण निवास वाहिगुरु जी का खालसा वाहिगुरु जी की फतेह। परम सन्मान सत्कारयोग जुगो जुग अटल चवर छत्र तख्त दे मालिक हाजरा हजूर जहरा जहूर भगत वशल करना निधान हालत पलत दे रक्षक ज्ञान दे मुजस्मे सर्ब सांझी वालता दे रहबर गरीब निवाज सतगुरु धन 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 श्री गुरु ग्रंथ साहिब सच्चे पातशाह महाराज जियां दी पावन पवित्र हजूरी अंदर सुभाए मान गुरु प्यारी गुरु सवारी गुरु खालसा साध संगत जियो आप जी वड भागी हो सतगुरु जी दे पावन दरबार अंदर जुड़ बैठ के गुरु सवारियां पासों आसा की वार दे कीर्तन सरवण कर रहे सी। निता प्रति लड़ीवार गुरु शब्द विचार सरवण करते हाँ। अज हाड़ दे महीने दी संगरांद दा दिहाड़ा है।
ਸਤਿਗੁਰੂ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਾਝ ਰਾਗ ਵਿੱਚ 12 ਮਹਾ ਉਚਾਰਨ ਕਰਦੇ ਹਨ। ਇਸ ਬਾਣੀ ਦੇ ਵਿੱਚ ਸਤਿਗੁਰੂ ਜੀ ਨੇ 12 ਮਹੀਨਿਆਂ ਦਾ ਜ਼ਿਕਰ ਕੀਤਾ ਹੈ, ਉਪਦੇਸ਼ ਬਖਸ਼ਿਸ਼ ਕੀਤਾ ਹੈ। ਉੱਥੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਵੀ ਤੁਖਾਰੀ ਰਾਗ ਵਿੱਚ ਜ਼ਿਕਰ ਕਰਦੇ ਹਨ, ਉਪਦੇਸ਼ ਬਖਸ਼ਿਸ਼ ਕਰਦੇ ਹਨ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਇਸ ਮਹੀਨੇ ਦੇ ਵਿੱਚ, ਕਿਉਂਕਿ ਇਹ ਜਿਹੜਾ ਮਹੀਨਾ ਹੈ ਬਹੁਤ ਹੀ ਤਪਸ਼ ਵਾਲਾ ਹੈ, ਗਰਦਸ਼ ਵਾਲਾ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਬਾਹਰ ਤਪਸ਼ ਹੈ, ਬਾਹਰ ਗਰਮੀ ਹੈ, ਹਰ ਜੀਵ ਗਰਮੀ ਤੋਂ ਤੜਫਦਾ ਹੈ, ਬਚਣ ਦੇ ਸਾਧਨ ਵੀ ਕਰਦਾ ਹੈ ਤੇ ਸਾਧਨ ਕੀਤੇ ਵੀ ਹਨ। ਜਿਸ ਤਰ੍ਹਾਂ ਬਾਹਰ ਗਰਮੀ ਪੈਂਦੀ ਹੈ, ਬਾਹਰ ਤਪਸ਼ ਪੈਂਦੀ ਹੈ, ਬਾਹਰ ਅੱਗ ਬਲਦੀ ਹੈ, ਉਸੇ ਤਰ੍ਹਾਂ ਇਸ ਜੀਵ ਦੇ ਅੰਦਰ ਵੀ ਅੱਗ ਬਲਦੀ ਪਈ ਹੈ। ਉਹ ਅੱਗ ਹੈ ਵਿਕਾਰਾਂ ਦੀ, ਤ੍ਰਿਸ਼ਨਾ ਦੀ। ਉਸ ਅੱਗ ਨੂੰ ਕਿੱਦਾਂ ਸ਼ਾਂਤ ਕੀਤਾ ਜਾ ਸਕੇ? ਇੱਕ ਅੰਦਰ ਦੀ ਅੱਗ ਹੈ, ਇੱਕ ਬਾਹਰ ਦੀ ਅੱਗ ਹੈ। ਗੁਰੂ ਸਾਹਿਬ ਜੀ ਕਹਿੰਦੇ ਅਸਾੜ ਦਾ ਮਹੀਨਾ ਤਪੰਦਾ ਉਹਨਾਂ ਨੂੰ ਲੱਗਦਾ ਹੈ ਜਿਨ੍ਹਾਂ ਕੋਲ ਰੱਬ ਦਾ ਨਾਮ ਨਹੀਂ ਹੈ, ਪਰਮੇਸ਼ਰ ਦੀ ਯਾਦ ਨਹੀਂ ਹੈ। ਆਓ ਇਸ ਪਾਵਨ ਸ਼ਬਦ ਦੀ ਵਿਚਾਰ ਗੁਰੂ ਸਾਹਿਬ ਜੀ ਆਪ ਕਿਰਪਾ ਰਹਿਮਤ ਬਖਸ਼ਿਸ਼ ਕਰਕੇ ਕਰਾ ਲੈਣ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਾਰੀ ਸੰਗਤ ਅਸੀਸ ਬਖਸ਼ਿਸ਼ ਕਰੋ, ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਜਿਸ ਤਰ੍ਹਾਂ ਜੇਠ ਦਾ ਮਹੀਨਾ ਵੀ ਤਪਸ਼ ਵਾਲਾ ਹੈ, ਗਰਮੀ ਵਾਲਾ ਹੈ, ਤੇ ਉਸੇ ਤਰ੍ਹਾਂ ਇਹ ਜਿਹੜਾ ਹਾੜ ਦਾ ਮਹੀਨਾ ਹੈ, ਜਿਸ ਦਾ ਲਫ਼ਜ਼ ਸਤਿਗੁਰੂ ਜੀ ਨੇ ਆਸਾੜ ਵਰਤਿਆ ਹੈ। ਕਈ ਵਾਰ ਵੇਖਦੇ ਹਾਂ ਤੇ ਇਹ ਕਹਿੰਦੇ ਵੀ ਸੁਣਿਆ ਵੀ ਕਿੰਨੀ ਅੱਗ ਵਹਿ ਰਹੀ ਹੈ, ਕਿੰਨੀ ਅੱਗ ਵਰ ਰਹੀ ਹੈ, ਇੰਨੀ ਤਪਸ਼ ਪੈ ਰਹੀ ਹੈ। ਕੱਲੀ ਬਾਹਰ ਦੀ ਤਪਸ਼ ਨਹੀਂ ਹੈ, ਅੱਗ ਵੀ ਕਈ ਪ੍ਰਕਾਰ ਦੀ ਹੈ। ਇੱਕ ਤਾਂ ਅੱਗ ਸਾਡੇ ਪੇਟ ਦੇ ਵਿੱਚ ਹੈ, ਜਿਹਨੂੰ ਜਠਰਾਗਨ ਕਹਿੰਦੇ ਹਨ, ਜਠਰ ਅਗਨ। ਇੱਕ ਅੱਗ ਹੈ ਵੀ ਜਿਹੜੀ ਜੰਗਲ ਦੇ ਵਿੱਚ ਲੱਗਦੀ ਹੈ, ਰੁੱਖਾਂ ਨੂੰ ਭਿੜ ਕੇ ਬਾਂਸ ਇੱਕ ਦੂਸਰੇ ਨਾਲ ਭਿੜਦੇ ਤੇ ਉਹਨੂੰ ਦਾਵਾ ਅਗਨ ਕਹਿੰਦੇ ਨੇ, ਜਿਹਨੂੰ ਮਹਾਰਾਜ ਕਹਿੰਦੇ ਦਾਵਾ ਅਗਨ ਬਹੁਤ ਤ੍ਰਿਣ ਜਾਲੇ, ਕੋਈ ਹਰਿਓ ਬੂਟ ਰਹਿਓ ਰੀ। ਦਾਵਾ ਅਗਨ ਇਹ ਜੰਗਲ ਦੇ ਵਿੱਚ ਪੈਦਾ ਹੁੰਦੀ ਹੈ। ਸਮੁੰਦਰ ਦੇ ਵਿੱਚ ਪੈਦਾ ਹੋਣ ਵਾਲੀ ਅੱਗ ਨੂੰ ਬੜਵਾ ਅਗਨ ਕਿਹਾ ਜਾਂਦਾ ਹੈ। ਇਹ ਵੀ ਅੱਗ ਹੈ। ਇੱਕ ਅੱਗ ਜਿਹੜੀ ਅਸੀਂ ਘਰਾਂ ਵਿੱਚ ਖਾਣਾ ਪਕਾਉਣ ਦੇ ਕੰਮ ਆਉਂਦੀ ਹੈ, ਉਹ ਅੱਗ ਹੈ। ਹੁਣ ਇਹ ਅੱਗਾਂ ਜਿਹੜੀਆਂ ਨੇ ਬਾਹਰ, ਇਹਨਾਂ ਤੋਂ ਬਚਣ ਦੇ ਬੰਦੇ ਨੇ, ਜੀਵ ਨੇ ਬੜੇ ਸਾਧਨ ਵਰਤੇ ਨੇ।
ਪਿੰਡਾਂ ਵਿੱਚ ਅੰਬਾਂ ਦੀਆਂ ਦਰਖਤਾਂ ਦੀਆਂ ਛਾਵਾਂ ਤੇ ਬੈਠ ਜਾਣਾ, ਬਾਹਰ ਵੇਖਦੇ ਹਾਂ ਘਰਾਂ ਵਿੱਚ ਏਅਰ ਕੰਡੀਸ਼ਨ ਬੜਾ ਕੁਝ ਬਚਣ ਦੇ ਸਾਧਨ ਕਰ ਲਏ ਹਨ, ਪਰ ਤਪਦਾ ਫਿਰ ਵੀ ਪਿਆ ਹੈ ਬੰਦਾ, ਅੰਦਰ ਤਪ ਰਿਹਾ ਹੈ। ਜਿੱਥੇ ਇਹ ਅੱਗਾਂ ਹਨ ਨਾ, ਉੱਥੇ ਗੁਰੂ ਸਾਹਿਬ ਜੀਆਂ ਨੇ 4 ਅੱਗਾਂ ਦੀ ਹੋਰ ਗੱਲ ਕੀਤੀ ਹੈ। ਮਾਰੇ ਕਹਿੰਦੇ ਉਹ ਅੱਗ ਨਹੀਂ, ਉਹ ਕੱਲੀ ਅੱਗ ਦੀਆਂ ਨਦੀਆਂ ਵਹਿ ਰਹੀਆਂ ਨੇ। ਇੱਕ ਤਾਂ ਹੁੰਦਾ ਵੀ ਅੱਗ ਬਲ ਰਹੀ ਹੈ, ਪਰ ਸਤਿਗੁਰੂ ਜੀ ਕਹਿੰਦੇ ਅੱਗ ਦੀਆਂ ਨਦੀਆਂ ਵਗ ਰਹੀਆਂ ਹਨ। ਉਹ ਅੱਗ ਕਿਹੜੀ ਹੈ? ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ। ਇੱਥੇ ਹੰਸ ਤੋਂ ਭਾਵ ਜੀਵ ਲਈ ਨਹੀਂ ਕੀਤਾ ਗਿਆ। ਹੰਸ ਲਫ਼ਜ਼ ਜੀਵ ਆਤਮਾ ਲਈ ਵੀ ਆਇਆ ਹੈ, ਗੁਰਮੁਖ ਸੰਤ ਲਈ ਵੀ ਆਇਆ ਹੈ, ਪਰ ਇੱਥੇ ਹੰਸ ਜਿਹੜਾ ਹੈ ਨਾ, ਇਹ ਨਿਰਦਇਤਾ ਲਈ ਆਇਆ, ਜਿਹਦੇ ਅੰਦਰ ਨਿਰਦਇਤਾ ਹੈ, ਦਇਆ ਨਹੀਂ ਹੈ ਜਿਹਦੇ ਅੰਦਰ, ਹਿੰਸਾ ਹੈ ਜਿਹਦੇ ਅੰਦਰ। ਹੰਸ ਲਫ਼ਜ਼ ਉਸ ਲਈ ਆਇਆ ਹੈ। ਮਾਰੇ ਕਹਿੰਦੇ ਨਿਰਦਇਤਾ ਜਿਹੜੀ ਹੈ ਨਾ, ਇਹ ਵੀ ਇੱਕ ਅੱਗ ਹੈ ਜਿਹਦੇ ਅੰਦਰ ਦਇਆ ਰਤਾ ਮਾਤਰ ਵੀ ਨਹੀਂ ਹੈ। ਜਿਹਦੇ ਅੰਦਰ ਦਇਆ ਹੈ ਹੀ ਨਹੀਂ, ਸਮਝ ਲਓ ਉਹਦੇ ਅੰਦਰ ਵੀ ਇੱਕ ਅੱਗ ਦੀ ਨਦੀ ਵਹਿ ਰਹੀ ਹੈ, ਇੱਕ ਅੱਗ ਬਲ ਰਹੀ ਹੈ। ਜਿਹੜਾ ਹਰ ਵਕਤ ਕਠੋਰ, ਹਰ ਵਕਤ ਜ਼ੁਲਮ ਦੇ ਰਸਤੇ ਤੇ ਚੱਲਦਾ ਪਿਆ ਹੈ। ਤੇ ਮਾੜਾ ਵੀ ਇੱਕ ਤਰ੍ਹਾਂ ਦੇ ਨਾਲ ਨਹੀਂ, ਮਨ ਬਚ ਕਰਮ, ਮਨ ਕਰਕੇ ਕੋਈ ਬੁਰਾ ਕਰ ਰਿਹਾ ਹੈ, ਬਚਨਾ ਕਰਕੇ ਬੁਰਾ ਕਰ ਰਿਹਾ ਹੈ, ਕਰਮਾਂ ਕਰਕੇ ਕਰ ਰਿਹਾ ਹੈ। ਸਤਿਗੁਰੂ ਜੀ ਕਹਿੰਦੇ ਹੰਸ ਹੇਤ, ਦੂਸਰੀ ਹੈ ਹੇਤ। ਹੇਤ ਕਹਿੰਦੇ ਮੋਹ ਨੂੰ। ਮੋਹ ਜਿਹੜਾ ਹੈ ਨਾ, ਇਹ ਵੀ ਬੜੀ ਵੱਡੀ ਅੱਗ ਹੈ। ਜਿਹੜਾ ਮੋਹ ਦੇ ਚਿੱਕੜ ਵਿੱਚ ਫਸ ਗਿਆ, ਤਿਤ ਸਰਵੜ ਹੈ ਭੈਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ। ਬਚਨ ਪੜ੍ਹਦੇ ਹਾਂ ਰੋਜ਼ ਰਹਿਰਾਸ ਸਾਹਿਬ ਵਿੱਚ। ਕਹਿੰਦੇ ਉਸ ਸਰਵਰ ਦੇ ਵਿੱਚ ਜਿੱਥੇ ਅੱਗ ਹੈ, ਤਿਤ ਸਰਵਰੜੈ ਭੈਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ। ਪੰਕਜ ਮੋਹ ਪੱਗ ਨਹੀਂ ਚਾਲੈ। ਕਹਿੰਦੇ ਕਾਹਦਾ ਚਿੱਕੜ ਹੈ? ਮੋਹ ਦਾ ਚਿੱਕੜ। ਬੰਦਾ ਬੜਾ ਨੌਜਵਾਨ ਹੋਵੇ, ਬੜਾ ਤਾਕਤਵਰ ਹੋਵੇ ਨਾ, ਚੱਲਦਾ ਚੱਲਦਾ ਜੇ ਕਿਤੇ ਚਿੱਕੜ ਆ ਜੇ ਨਾ ਰਸਤੇ ਵਿੱਚ, ਜਿਹੜਾ ਬੜਾ ਤੇਜ਼ ਦੌੜਦਾ ਹੈ, ਬੜੀ ਜਿਹਦੇ ਅੰਦਰ ਤਾਕਤ ਹੈ, ਪਰ ਜੇ ਚਿੱਕੜ ਆ ਗਿਆ ਤੇ ਉਹਦੀ ਚਾਲ ਵੀ ਮੱਧਮ ਪੈ ਜਾਂਦੀ ਹੈ। ਜੇ ਚਿੱਕੜ ਆ ਜਾਵੇ, ਮਹਾਰਾਜ ਜੀ ਕਹਿੰਦੇ ਪੰਕਜ ਮੋਹ ਪੱਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀ ਅਲੇ। ਮੋਹ ਦੇ ਚਿੱਕੜ ਵਿੱਚ ਬੜੇ ਡੁੱਬੇ ਹਨ, ਬਹੁਤ ਡੁੱਬ ਗਏ। ਮਾਰੇ ਕਹਿੰਦੇ ਮੋਹ ਮਲ, ਇਹਨੂੰ ਕੋਈ ਵਿਰਲਾ ਹੈ। ਬਿਵਸ ਕੀਓ ਕਾਮ ਗਏ ਕੇਸ ਪਛਾੜਿਓ। ਕੋਈ ਵਿਰਲਾ ਹੈ ਜਿਹਨੇ ਵਸ ਵਿੱਚ ਕੀਤਾ ਮਲ, ਤੇ ਮਲ ਕੇ ਚੰਗੀ ਤਰ੍ਹਾਂ ਵਸ ਕਰ ਲਿਆ ਹੈ। ਸਤਿਗੁਰੂ ਜੀ ਕਹਿੰਦੇ ਹੰਸ ਹੇਤ ਲੋਭ। ਲੋਭ ਤੀਸਰੀ ਅੱਗ ਹੈ, ਲੋਭ ਦੀ, ਲਾਲਚ ਦੀ। ਕਿਉਂਕਿ ਜਦੋਂ ਲਾਲਚ ਅੰਦਰ ਪੈਦਾ ਹੋ ਜੇ, ਉਦੋਂ ਬੰਦਾ ਫਿਰ ਪਾਪਾਂ ਨੂੰ ਜਨਮ ਦਿੰਦਾ ਹੈ। ਲਾਲਚ ਕਰਕੇ ਕੋਈ ਵੀ ਪਾਪ ਕਰਨ ਦੇ ਲਈ ਫਿਰ ਘਬਰਾਉਂਦਾ ਨਹੀਂ ਹੈ। ਜਹਾਂ ਲੋਭ ਤਹਾਂ ਪਾਪ ਹੈ। ਜਿੱਥੇ ਲੋਭ ਹੈ ਉੱਥੇ ਪਾਪ ਆ ਜਾਏਗਾ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਲੋਭ ਕਰਕੇ ਐਸਾ ਹੈ, ਹੇ ਲੋਭਾ ਲੰਪਟ ਸੰਗ ਸਿਰ ਮੋਰੈ, ਅਨਕ ਲਹਿਰੀ ਕਲੋਲ ਤੇ ਤਾਵੰਤ ਜੀਆ ਬਹੁ ਪ੍ਰਕਾਰ।
ਅਨਕ ਭਾਂਤ ਬੋ ਡੋਲ ਤੇ ਨੱਚ ਮਿੱਤਰੰਗ ਨੱਚ ਇਸਟੰਗ ਨੱਚ ਬਾਧੂ ਨੱਚ ਮਾਤ ਪਿਤਾ ਤਵ ਲੱਜਿਆ ਅਕਰਣੰ ਕ੍ਰੋਧ ਅਖਾਦਿਆ ਖਾਦਿਆਂ ਅਸਾਜਿੰ ਸਾਜ ਸਮਝਿਆ। ਜਦੋਂ ਲਾਲਚ ਪੈਦਾ ਹੋ ਗਿਆ, ਨਾ ਮਾਤਾ ਦੀ, ਨਾ ਪਿਤਾ ਦੀ, ਨਾ ਭੈਣ ਦੀ, ਨਾ ਭਰਾ ਦੀ, ਨਾ ਮਿੱਤਰ ਦੀ, ਇੱਥੋਂ ਤੱਕ ਕਿ ਆਪਣੇ ਗੁਰੂ ਦੀ ਪਰਵਾਹ ਵੀ ਨਹੀਂ ਕਰਦਾ। ਜਦੋਂ ਲਾਲਚ ਪੈਦਾ ਹੋ ਜਾਵੇ, ਦੁਨੀਆ ਕਾਰਨ ਦੀਨ ਗਵਾਇਆ, ਧਰਮ ਵੀ ਪਿੱਛੇ ਛੱਡ ਦਿੰਦਾ ਹੈ। ਲਾਲਚ ਐਸੀ ਚੀਜ਼ ਹੈ। ਗੁਰੂ ਸਾਹਿਬ ਜੀ ਕਹਿੰਦੇ ਕੱਲੀ ਬਾਹਰ ਦੀ ਤਪਸ਼ ਦੀ ਗੱਲ ਨਾ ਕਰ, ਵੀ ਆ ਮਹੀਨੇ ਵਿੱਚ ਗਰਮੀ ਬੜੀ ਪੈ ਰਹੀ ਹੈ, ਤੇਰਾ ਤਾਂ 12 ਮਹੀਨੇ ਹਰ ਵਕਤ ਹੀ ਤੇਰਾ ਅੰਦਰ ਹਾੜ ਬਣਿਆ ਪਿਆ ਹੈ, ਤਪੀ ਜਾ ਰਿਹਾ ਹੈ। ਤੂੰ ਤਾਂ ਪੋਹ ਦੇ ਮਹੀਨੇ ਵੀ ਤਪਦਾ ਪਿਆ, ਤੇਰਾ ਅੰਦਰ ਪੋਹ ਦੇ ਮਹੀਨੇ ਵੀ ਲਾਲਚ ਦੀ ਅੱਗ ਵਗਦੀ ਪਈ ਹੈ, ਹੇਤ ਦੀ ਅੱਗ ਵਗਦੀ ਪਈ ਹੈ। ਮਾਰੇ ਕਹਿੰਦੇ ਹੰਸ ਹੇਤ ਲੋਭ ਕੋਪ, ਚੌਥਾ ਹੈ ਗੁੱਸਾ ਕੋਪ ਕ੍ਰੋਧ। ਕ੍ਰੋਧ ਪੈਦਾ ਹੋ ਜਾਣਾ, ਕ੍ਰੋਧ ਦੀ ਅੱਗ ਦੇ ਵਿੱਚ ਵੀ ਬੰਦਾ ਆਪ ਸੜਦਾ ਪਿਆ ਹੈ, ਇਸ ਅੱਗ ਦੇ ਵਿੱਚ ਵੀ ਬੰਦਾ ਤਪਸ਼ਦਾ ਪਿਆ ਹੈ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਇਹ 4 ਨਦੀਆਂ ਨੇ ਅੱਗ ਦੀਆਂ। ਪਵਹਿ ਦੱਜਹਿ ਨਾਨਕਾ, ਜਿਹੜਾ ਇਸ ਨਦੀ ਵਿੱਚ ਪੈ ਗਿਆ, ਭਾਵ ਜਿਹਦੇ ਅੰਦਰ ਨਿਰਦਇਤਾ ਪੈਦਾ ਹੋ ਗਈ, ਜਿਹਦੇ ਅੰਦਰ ਦਇਆ ਹੈ ਹੀ ਨਹੀਂ, ਉਹ ਵੀ ਸਮਝ ਲਓ ਅੱਗ ਵਿੱਚ ਸੜਦਾ ਪਿਆ ਹੈ। ਜਿਹਦੇ ਅੰਦਰ ਮੋਹ ਦੇ ਵਿੱਚ ਜਿਹੜਾ ਜਕੜਿਆ ਪਿਆ ਹੈ, ਜਿੱਥੇ ਮਾਇਆ ਦੀ ਗੱਲ ਆਉਂਦੀ ਉੱਥੇ ਮੋਹ ਦੀ ਗੱਲ ਵੀ। ਮਾਇਆ ਮੋਹ ਮਨ ਅੱਗ ਲੜਾ ਪ੍ਰਾਣੀ, ਬਹੁਤ ਥਾਵਾਂ ਤੇ ਮਾਰੇ ਕਹਿੰਦੇ ਮੋਹ ਬੜਾ ਪਾ ਲਿਆ ਹੈ। ਜਰਾ ਮਰਨ ਭਉ ਵਿਸਰ ਗਿਆ, ਕੁਟੰਬ ਦੇਖ ਵਿਕਸੈ ਕਮਲਾ ਜਿਉ, ਪਰ ਘਰ ਜੋ ਹੈ ਕਪਟ ਨਰਾ, ਦੂੜਾ ਆਇਓ ਹੈ ਜਮੈ ਤਣਾ, ਤਿਨ ਆਗ ਲੜੈ ਮੈਂ ਰਹਿਣ ਨਾ ਜਾਈ। ਕੋਈ ਕੋਈ ਸਾਜਣ ਆਏ ਕਹਿ, ਮਿਲ ਮੇਰੇ ਬੀਠੜਾ ਲੈ ਬਾਹੜੀ ਬੁਲਾਏ। ਕੋਈ ਵਿਰਲਾ ਬਚਿਆ ਜਿਹੜਾ ਕਹਿੰਦਾ ਹੈ ਸੱਜਣ ਮਾਲਕ ਜੀ ਮੈਨੂੰ ਮਿਲਣਾ ਕਰੋ। ਸਤਿਗੁਰੂ ਜੀ ਕਹਿੰਦੇ ਇਸ ਅੱਗ ਦੇ ਵਿੱਚ ਜਿਹੜਾ ਪੈ ਗਿਆ ਨਾ, ਲਾਲਚ ਦੀ, ਮੋਹ ਦੀ, ਨਿਰਦਇਤਾ ਦੀ, ਤੇ ਮਹਾਰਾਜ ਕਹਿੰਦੇ ਕ੍ਰੋਧ ਦੀ ਅੱਗ ਦੇ ਵਿੱਚ ਜਿਹੜਾ ਪੈ ਗਿਆ ਉਹ ਸੜ ਗਿਆ ਹੈ, ਸੜ ਰਿਹਾ ਹੈ, ਦਿਨ ਰਾਤ ਬੜ ਰਹੀ ਹੈ ਅੱਗ ਉਹਦੇ ਅੰਦਰ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਪਵਹਿ ਦੱਜਹਿ ਨਾਨਕਾ, ਤਰੀਏ ਕਰਮੀ ਲੱਗ। ਜਿਹੜੇ ਪੈ ਗਏ ਉਹ ਦੱਜੇ, ਦੱਜੇ ਤੋਂ ਭਾਵ ਸੜ ਗਏ ਨੇ, ਪਰ ਤਰੀਏ ਕਰਮੀ ਲੱਗ, ਜਿਹੜੇ ਤਰੇ ਜਾਣਗੇ ਨਾ ਉਹਦੀ ਮਿਹਰ ਦੇ ਨਾਲ ਹੋਣਗੇ। ਮਹਾਰਾਜ ਦਾ ਬਚਨ ਆਉਂਦਾ ਹੈ, ਸਤਿਗੁਰੂ ਜੀ ਕਹਿੰਦੇ ਬੇਗਾਨੀ ਜੂਹ ਦੇ ਵਿੱਚ ਹਾਂ ਬੜੀ ਹੁਮਸ ਪਈ ਹੈ, ਬੜਾ ਡਰਾਉਣਾ ਇਲਾਕਾ ਹੈ, ਬਹੁਤ ਕੂਕਾਂ ਪੈ ਰਹੀਆਂ ਹਨ। ਜਦੋਂ ਬਗਾਨੀ ਜੂਹ ਦੇ ਵਿੱਚ ਕੋਈ ਆ ਜੇ, ਜਿੱਥੇ ਡਰ ਬੜਾ ਹੋਵੇ, ਜਿੱਥੇ ਹੁਮਸ ਬੜੀ ਹੋਵੇ, ਤੇ ਉੱਥੇ ਫਿਰ ਕੀ ਕਰੇ? ਮਹਾਰਾਜ ਦਾ ਬਚਨ, ਬਾਰ ਬਿਡਾਨੜੈ ਹੁਮਸ ਧੁਮਸ, ਕੂਕਾਂ ਪਈਆਂ ਰਾਹੀ। ਬੜੀਆਂ ਕੂਕਾਂ ਪੈ ਰਹੀਆਂ ਹਨ। ਤੋ ਸਹਸੇ ਤੇ ਲਗੜੀ ਡੋਰੀ, ਕਿਹਦੇ ਲਈ ਹੈ? ਅਸਾੜ ਦਾ ਤਪਦਾ ਹੋਇਆ ਕਿਹਦੇ ਲਈ ਹੈ? ਜਿਹਦੀ ਡੋਰੀ ਰੱਬ ਨਾਲ ਨਹੀਂ ਜੁੜੀ।
ਤਪ ਦਾ ਮਹੀਨਾ ਕਿਹਦੇ ਲਈ ਹੈ? ਜਿਹਦੀ ਡੋਰੀ ਮਾਇਆ ਨਾਲ, ਮੋਹ ਨਾਲ, ਕ੍ਰੋਧ ਨਾਲ, ਜਿਹਦੀ ਡੋਰੀ ਨਿਰਦਇਤਾ ਨਾਲ ਜੁੜੀ ਹੋਈ ਹੈ। ਪਰ ਮਾਰੇ ਕਹਿੰਦੇ ਤੋ ਸੈ ਸੇਤੀ ਲਗੜੀ ਡੋਰੀ, ਨਾਨਕ ਆਨੰਦ ਸੇਤੀ ਬਨ ਗਾਈ। ਫਿਰ ਕਹਿੰਦੇ ਆਨੰਦ ਦੇ ਨਾਲ ਹੀ ਫਿਰ ਇਹਨੂੰ ਗਾ ਰਿਹਾ ਹਾਂ, ਸਫਲ ਕਰ ਰਹੇ ਹਾਂ, ਪਾਰ ਕਰ ਰਿਹਾ ਹਾਂ। ਬਚਨ ਪੜ੍ਹਦੇ ਹਾਂ ਸਤਿਗੁਰੂ ਜੀ ਦਾ। ਇੰਨੇ ਝੱਖੜ ਵਹਿ ਰਹੇ ਹਨ, ਝੜ ਝੱਖੜ ਉਹਾੜ, ਲਹਿਰੀ ਵਹਿਣ ਲਖੇਸਰੀ, ਲੱਖਾਂ ਲਹਿਰਾਂ ਵਹਿ ਰਹੀਆਂ ਨੇ। ਇੱਥੇ ਲਹਿਰਾਂ ਕਿਹੜੀਆਂ ਹਨ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀਆਂ, ਈਰਖਾ ਦੀਆਂ, ਦਵੈਸ਼ ਦੀਆਂ, ਨਿੰਦਿਆ ਦੀ, ਚੁਗਲੀ ਦੀ। ਮਾਰੇ ਕਹਿੰਦੇ ਝੜ ਝੱਖੜ ਉਹਾੜ, ਲਹਿਰੀ ਵਹਿਣ ਲਖੇਸਰੀ, ਸਤਿਗੁਰ ਨੌ ਆਲਾਏ, ਬੇੜੇ ਡੁੱਬਣ ਨਾਏ ਭੋ। ਤੂੰ ਪੁਕਾਰ ਕਰ ਸਤਿਗੁਰੂ ਨੂੰ, ਤੇਰੇ ਜੀਵਨ ਦਾ ਬੇੜਾ ਡੁੱਬ ਨਹੀਂ ਸਕੇਗਾ। ਗੁਰੂ ਸਾਹਿਬ ਜੀ ਕਹਿੰਦੇ ਆਸਾੜ ਤਪੰਦਾ ਤਿਸ ਲਗੈ, ਹਰ ਨਾ ਹੋਣਾ ਜਿੰਨਾ ਪਾਸ। ਜਿਨ੍ਹਾਂ ਕੋਲ ਰੱਬ ਦਾ ਨਾਮ ਨਹੀਂ ਹੈ ਨਾ, ਉਹਨਾਂ ਲਈ ਇਹ ਮਹੀਨਾ ਤਪਦਾ ਹੈ, ਉਹਨਾਂ ਦਾ ਅੰਦਰ ਵੀ ਤਪਦਾ ਪਿਆ ਹੈ। ਕਿਹਾ ਸੀ ਨਾ ਗੁਰੂ ਸਾਹਿਬ ਜੀ, ਗੁਰੂ ਨਾਨਕ ਸਾਹਿਬ ਜੀ ਜਦੋਂ ਜਾਂਦੇ ਨੇ ਹਰਿਦੁਆਰ ਦੀ ਧਰਤੀ ਤੇ, ਭਾਈ ਮਰਦਾਨਾ ਜੀ ਨੂੰ ਅੱਗ ਲੈਣ ਦੇ ਲਈ ਭੇਜਦੇ ਹਨ ਵੀ ਭੋਜਨ ਤਿਆਰ ਕਰੀਏ। ਉੱਥੇ ਇੱਕ ਵੈਸ਼ਨਵ ਮੱਤ ਦਾ ਜਿਹੜਾ ਸਾਧ ਸੀ ਨਾ, ਉਹਨੇ ਚੌਂਕਾ ਤਿਆਰ ਕੀਤਾ, ਬੜੀ ਚੰਗੀ ਤਰ੍ਹਾਂ ਧੋ ਕੇ ਸਵਾਰ ਕੇ ਲੇਪਣ ਕੀਤਾ, ਮੰਤਰ ਪੜ੍ਹੇ, ਲੇਖ ਖਿੱਚੀ। ਤੇ ਜਦੋਂ ਭਾਈ ਮਰਦਾਨਾ ਜੀ ਦਾ ਜੇ ਪਰਛਾਵਾਂ ਹੀ ਪਿਆ ਸੀ, ਜਿਹੜਾ ਰਾਮ ਰਾਮ ਦੀ ਰੱਟ ਲਾਈ ਬੈਠਾ ਸੀ ਨਾ, ਉਹਨੇ ਅੱਗ ਕੱਢੀ, ਬਲਦੀ ਅੱਗ, ਤੇ ਭਾਈ ਮਰਦਾਨਾ ਜੀ ਦੇ ਮਾਰਨ ਲਈ ਭੱਜਿਆ। ਗੁਰੂ ਸਾਹਿਬ ਜੀ ਦੇ ਕੋਲ ਆਏ ਭਾਈ ਮਰਦਾਨਾ ਜੀ ਦੌੜ ਕੇ, ਕਹਿੰਦੇ ਮਹਾਰਾਜ ਇਹ ਤਾਂ ਮਾਰਨ ਲਈ ਭੱਜਿਆ, ਮੈਂ ਤਾਂ ਅੱਗ ਲੈਣ ਗਿਆ। ਸਤਿਗੁਰੂ ਜੀ ਕਹਿੰਦੇ ਭਾਈ ਤੂੰ ਕਿਉਂ ਮਾਰ ਰਿਹਾ? ਕਹਿਣ ਲੱਗੇ ਵੀ ਇਹਨੇ ਮੇਰਾ ਚੌਂਕਾ ਜਿਹੜਾ ਹੈ ਨਾ ਉਹ ਅਪਵਿੱਤਰ ਕਰ ਦਿੱਤਾ ਹੈ। ਮਹਾਰਾਜ ਨੇ ਵੇਖ ਲਿਆ। ਸਤਿਗੁਰੂ ਜੀ ਕਹਿੰਦੇ ਜਿਹੜੀ ਅੱਗ ਤੇਰੇ ਹੱਥ ਵਿੱਚ ਪਕੜੀ ਹੈ ਨਾ, ਇਹੀ ਅੱਗ ਤੇਰੇ ਅੰਦਰ ਵੜ ਰਹੀ ਹੈ। ਤੂੰ ਬਾਹਰੋਂ ਰਾਮ ਰਾਮ ਦੀ ਰੱਟ, ਕਈ ਵਾਰ ਹੁੰਦਾ ਵੀ ਬੰਦਾ ਬਾਹਰੋਂ ਬੜਾ ਸ਼ਾਂਤ ਹੈ, ਪਰ ਇਹ ਨਹੀਂ ਵੀ ਅੰਦਰ ਕਿਹੜੀ ਅੱਗ ਬਲ ਰਹੀ ਹੈ। ਸਤਿਗੁਰੂ ਜੀ ਕਹਿੰਦੇ ਉਹ ਹਾਲਤ ਹੈ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਨਾ ਅੱਗ ਦੇ ਬਹੁਤੇ ਸਾਧਨ ਨਹੀਂ ਸਨ। ਉਹ ਕੋਲੇ ਜਿਹੜੇ ਭੱਖ ਦੇ ਕੋਲੇ ਹੋਣੇ, ਉਹ ਤੇ ਸਵਾਹ ਪਾ ਦੇਣੀ ਵੀ ਦੁਬਾਰਾ ਕੰਮ ਲਿਆ ਜਾਵੇ, ਦੁਬਾਰਾ ਕੰਮ ਲਿਆ ਜਾਵੇ। ਜਦੋਂ ਹਵਾ ਚੱਲਣੀ ਨਾ ਰਾਤ ਨੂੰ, ਤੇ ਅੱਗ ਦੀਆਂ ਲਾਟਾਂ ਬਲਦੀਆਂ ਵੇਖਣੀਆਂ। ਬਸ ਇਹੀ ਹੈ, ਅੱਗ ਅੰਦਰ ਵੀ ਬਲ ਰਹੀ ਹੈ, ਵਿਕਾਰਾਂ ਦੀ ਅੱਗ, ਕ੍ਰੋਧ ਦੀ ਅੱਗ। ਬਸ ਹਵਾ ਲੱਗਣ ਦੀ ਦੇਰ ਹੈ, ਕਹਿੰਦੇ ਉਹੀ ਅੱਗ ਬਾਹਰ ਦਿਸਣ ਲੱਗ ਜਾਏਗੀ। ਸਤਿਗੁਰੂ ਜੀ ਕਹਿੰਦੇ ਅੰਤਰ ਅਗਨ ਬਾਹਰ ਤਨ ਸਵਾਹਾ, ਗਲ ਪਾਥਰ ਕੈਸੇ ਤਰੈ ਥਾ। ਕਹਿੰਦੇ ਕਿਵੇਂ ਡੂੰਘਾ ਸਮੁੰਦਰ ਤਰੇਗਾ, ਗਲ ਵਿੱਚ ਪੱਥਰ ਬੰਨੇ ਹੋਏ ਨੇ, ਪੱਥਰ ਲਟਕ ਰਹੇ ਨੇ, ਅੰਦਰ ਅੱਗ ਬਲ ਰਹੀ ਹੈ ਤੇ ਬਾਹਰ ਸੁਆਹ ਲਾਈ ਹੋਈ ਹੈ, ਸੁਆਹ ਪਾਈ ਹੋਈ ਹੈ। ਮਾਰੇ ਕਹਿੰਦੇ ਤੂੰ ਚੌਂਕੇ ਭ੍ਰਿਸ਼ਟੇ ਦੀ ਗੱਲ ਕਰਦਾ ਹੈ, ਤੇਰੇ ਨਾਲ ਹੀ ਕਬੂਦ ਡੋਮਣੀ ਕੁਦਇਆ ਕਸਾਇਣ, ਪਰ ਨਿੰਦਾ ਘਟ ਚੂਹੜੀ ਮੁੱਠੀ ਕ੍ਰੋਧ ਚੰਡਾਲ। ਕਾਰੀ ਕੱਢੀ ਕਿਆ ਥੀਏ ਜਾਂ ਚਾਰੇ ਬੈਠੀਆਂ ਨਾਲ। ਕੀ ਫਾਇਦਾ ਲੀਕਾਂ ਖਿੱਚਣ ਦਾ, ਤੇਰੇ ਅੰਦਰ ਅੱਗ ਬਲਦੀ ਪਈ, ਤੇਰਾ ਅੰਦਰਲਾ ਚੌਂਕਾ ਭ੍ਰਿਸ਼ਟ ਹੋਇਆ ਪਿਆ ਹੈ। ਮਾਰੇ ਕਹਿੰਦੇ
ਤਪੰਦਾ ਲੱਗੇਗਾ ਉਹਨਾਂ ਨੂੰ ਜਿਨ੍ਹਾਂ ਕੋਲ ਨਾਮ ਨਹੀਂ ਹੈ। ਜਿਨ੍ਹਾਂ ਕੋਲ ਨਾਮ ਹੋਵੇ ਨਾ, ਉਹ ਫਿਰ ਪਤਾ ਕੀ ਕਹਿੰਦੇ ਨੇ, ਮਹਾਰਾਜ ਦਾ ਬਚਨ ਆਉਂਦਾ ਹੈ, ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਹੀ ਕਾਮ, ਸੀਤਲ ਥੀਵੈ ਨਾਨਕਾ, ਜਪੰਦੜੋ ਹਰ ਨਾਮ। ਚੰਦਨ ਜਿਹੜਾ ਬੜਾ ਠੰਡਾ ਮੰਨਿਆ ਜਾਂਦਾ ਹੈ। ਚੰਦਨ ਦਾ ਰੁੱਖ ਜਿਹੜਾ ਬਹੁਤ ਠੰਡਾ ਮੰਨਿਆ ਜਾਂਦਾ ਹੈ। ਸੱਪ ਆਪਣੀ ਜ਼ਹਿਰ ਤੋਂ ਕਲਪਦਾ ਹੋਇਆ, ਤੜਫਦਾ ਹੋਇਆ ਚੰਦਨ ਦੇ ਨਾਲ ਲਪੇਟੇ ਪਾ ਲੈਂਦਾ ਹੈ। ਤੇ ਪੁਰਾਣੇ ਸਮਿਆਂ ਵਿੱਚ ਨਾ ਗਰਮੀ ਤੋਂ ਬਚਣ ਦੇ ਲਈ ਚੰਦਨ ਦਾ ਲੇਪਣ ਵੀ ਸਰੀਰ ਤੇ ਕਰਦੇ ਸਨ ਪੁਰਾਣੇ ਸਮਿਆਂ ਵਿੱਚ ਪਹਿਲੇ, ਕਿਉਂਕਿ ਚੰਦਨ ਜਿਹੜਾ ਠੰਡਾ ਬੜਾ ਹੁੰਦਾ ਹੈ। ਮਹਾਰਾਜ ਕਹਿੰਦੇ ਚੰਦਨ ਨੂੰ ਠੰਡਾ ਮੰਨਿਆ ਜਾਂਦਾ ਹੈ। ਚੰਦ ਜਿਹੜਾ ਹੈ ਨਾ, ਇਹ ਵੀ ਬੜਾ ਠੰਡਾ ਮੰਨਿਆ ਜਾਂਦਾ ਹੈ। ਚੰਦਰਮਾ ਬਹੁਤ ਠੰਡਾ ਮੰਨਿਆ ਜਾਂਦਾ ਹੈ। ਸਰਦ ਰੁੱਤ ਬੜੀ ਠੰਡੀ ਮੰਨੀ ਜਾਂਦੀ ਹੈ। ਪਰ ਗੁਰੂ ਸਾਹਿਬ ਜੀ ਕਹਿੰਦੇ ਸਭ ਤੋਂ ਠੰਡਾ ਜੇ ਹੈ ਤੇਰੇ ਅੰਦਰ ਨੂੰ ਠੰਡਾ ਕਰਨ ਵਾਲਾ ਹੈ, ਤੇ ਉਹ ਤੇ ਹੈ ਕੇਵਲ ਪਰਮਾਤਮਾ ਦਾ ਨਾਮ ਜਿਹੜਾ ਜਪੇਗਾ। ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਹੀ ਕਾਮ, ਸੀਤਲ ਥੀਵੈ ਨਾਨਕਾ, ਜਪੰਦੜੋ ਹਰ ਨਾਮ। ਮਹਾਰਾਜ ਦਾ ਬਚਨ ਪੜ੍ਹਦਿਆਂ, ਨਹਿ ਸੀਤਲ ਚੰਦਨ ਦੇਵੈ, ਨਹਿ ਸੀਤਲ ਬਾਵਨ ਚੰਦਨੈ, ਨਹਿ ਸੀਤਲੰ ਸੀਤੁਰ ਤੇਣ। ਸੀਤਲ ਰੁੱਤ ਵੀ ਮੰਨੀ ਜਾਂਦੀ, ਕਹਿੰਦੇ ਪਰ ਇੰਨੀ ਠੰਡ ਸੀਤਲ ਰੁੱਤ ਵੀ ਨਹੀਂ ਦੇ ਸਕਦੀ। ਤੇ ਫਿਰ ਮਾਰੇ ਕਹਿੰਦੇ ਕਿੱਥੋਂ ਮਿਲੇਗੀ? ਨਾਨਕ ਸੀਤਲੰ ਸਾਧ ਸਵਜਨ ਹੈ। ਗੁਰੂ ਸਾਹਿਬ ਜੀ ਕਹਿੰਦੇ ਸਤ ਸੰਗਤ ਵਿੱਚੋਂ ਪ੍ਰਾਪਤ ਹੋਏਗੀ ਉਹ ਠੰਡ, ਉਹ ਮਨ ਦੀ ਸ਼ਾਂਤੀ, ਉਹ ਟਿਕਾ ਅੰਦਰ ਦਾ। ਨਹੀਂ ਤੇ ਬੰਦਾ ਜਿੰਨੇ ਮਰਜ਼ੀ ਯਤਨ ਕਰੀ ਚੱਲੇ, ਉਹਨਾਂ ਨੂੰ ਪ੍ਰਾਪਤ ਨਹੀਂ ਹੋਈ ਜਿਹੜੇ ਬਹੁਤ ਯਤਨ ਕੀਤੇ, ਜਿਨ੍ਹਾਂ ਨੇ ਬੜੇ ਜਲ ਧਾਰੇ ਕੀਤੇ। ਤੇ ਸਤਿਗੁਰੂ ਪਾਤਸ਼ਾਹ ਜੀ ਤਾਂ ਕਹਿੰਦੇ ਬਨਾਰਸੀ ਤਪ ਕਰੈ ਉਲਟ ਤੀਰਥ ਮਰੈ, ਅਗਨ ਦਹਿ ਕਾਇਆ ਕਲਪ ਕੀਜੈ, ਸਮੇਤ ਜਗ ਕੀਜੈ, ਸੋਨਾ ਗਰਭ ਦਾਨ ਦੀਜੈ, ਰਾਮ ਨਾਮ ਸਰ ਤਉ ਨਾ ਪੂਜੈ। ਮਾਰੇ ਕਹਿੰਦੇ ਪ੍ਰਮਾਤਮਾ ਦੇ ਨਾਮ ਦੀ ਬਰਾਬਰੀ ਇਹ ਵੀ ਨਹੀਂ ਕਰ ਸਕਦੇ। ਅਸਮੇਤ ਜਗਨੇ ਤੁਲਾ ਪੁਰਖ ਦਾਨੇ, ਪ੍ਰਾਗ ਇਸਨਾਨੇ ਤੋ ਨਾ ਪੂਜੈ, ਹਰ ਕੀਰਤ ਨਾਮਾ ਆਪਣੇ ਰਾਮੈ ਭਜਰੇ, ਮਨ ਆਲਸੀਆ ਗਿਆ ਪਿੰਡ ਭਰਤਾ, ਬਨਾਰਸ ਹਸ ਬਸਤਾ ਮੁਖ ਬੀਦ ਚਤਰ ਪੜਤਾ। ਸਗਲ ਧਰਮ ਇਸ਼ਤਾ ਗੁਰ ਗਿਆਨ, ਇੰਦਰੀ ਦ੍ਰਿੜਤਾ ਖਟ ਕਰਮ, ਸਹਿਤ ਰਹਿਤਾ ਸਿਵਾ ਸਖਤ ਸਵਾਦੰ, ਮਨ ਛੋੜ ਛੋੜ ਸਗਲ ਭੇਦੰ। ਇਹ ਵੀ ਤੇਰੇ ਅੰਦਰ ਨੂੰ ਠੰਡਾ ਨਹੀਂ ਕਰ ਸਕਦੇ, ਬੜੇ ਯਤਨ ਕਰਨ ਵਾਲੇ ਹੋਏ ਨੇ। ਸਤਿਗੁਰੂ ਜੀ ਕਹਿੰਦੇ ਆਸਾੜ ਤਪੰਦਾ ਤਿਸ ਲੱਗੇ, ਹਰ ਨਾਹੁ ਨਾ ਜਿਨਾ ਪਾਸ। ਗੁਰੂ ਸਾਹਿਬ ਜੀ ਦਾ ਨਾ, ਗੁਰੂ ਨਾਨਕ ਸਾਹਿਬ ਜੀ ਦਾ ਧਨਾਸਰੀ ਰਾਗ ਦੇ ਵਿੱਚ ਬਚਨ ਆਉਂਦਾ ਹੈ। ਤਪਦੇ ਨੇ, ਕਿਹੜੇ ਤਪਦੇ ਨੇ? ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਮਾਰੇ ਕਹਿੰਦੇ ਜਿੰਦ ਤਪਦੀ ਪਈ ਹੈ, ਤਪ ਤਪ ਕੇ ਖੁਆਰ ਹੋ ਜਾ ਰਹੀ ਹੈ। ਕਿਉਂ ਹੁੰਦੀ ਹੈ ਖੁਆਰ? ਕਿਉਂ ਤਪਦਾ ਪਿਆ ਹੈ ਜੀਵ? ਜੈ ਤਨ ਬਾਣੀ ਵਿਸਰ ਜਾਏ, ਜਿਹਨੂੰ ਬਾਣੀ ਵਿਸਰ ਗਈ ਹੈ,
ज्यों पक्का रोगी विल लाए। पक्का रोगी कहते कोड़ दे रोगी बहुत तड़फदा है। गुरु नानक साहब जी ने बचन उचारिया है। कोड़ दा रोगी सी जिन्हों घर दे भी छड्ड गए, क्यों भी एक छूत की बीमारी है ते उस दे शरीर विचों पानी सिमदा रहिंदा है। सतगुरु पातशाह जी जदों महाराज ना गए, नगर वालियां ने तां आऊ भगत कीती ना ते महाराज ना इसदी झुग्गी दे कोल झोंपड़ी कोल आ गए, जिथे हाय हाय दी आवाज़ आ रही सी, तड़फदा पिया सी। ते इसने बेनती की, महाराज भी मेरे तो अपने त्याग के चले गए, तुसीं आए हो। सतगुरु पातशाह जी कहते मरदानिया रवाब छेड़। उत्थे फिर महाराज ने बचन उचारिया सी, जै तन बाणी विसर जाए, ज्यों पक्का रोगी विल लाए। बहुता बोलन चखण होए, बिन बोले जाने सब सोए। जिन कन कीते अखी नाक, जिन जिहबा दिती बोले तात। जिन मन राखिया अग्नि पाए, वाजै पवन आखै सब जाए। जेता मोह प्रीत स्वाद, सब्बा कालख दागा दाग। दाग दोष मोह चलिया लाए, दरगह बैसण नाही जाए। महाराज कहते जे रब की याद नहीं है, उसनू सिमरदा नहीं है, ते तप रहा है, तड़फ रहा है। आषाढ़ तपंदा तिस लगे, हर ना होना जिन्ना पास। जग जीवन पुरख त्याग के, मानस संधियास। जग जीवन, जगत नू जीवन दान देण वाला वाहिगुरु परमात्मा, उस जगत दे जीवन नू परमात्मा नू विसार के त्याग के कहंदे मानस संधि आस तू मानस दी आस रख लई है, मनुख दी आस रख लई है। गुरु साहब जी तो कहते देवन को एक है भगवान, मानक की टेक वृथी सब जान। देवन को एक है भगवान, तू मनुख दी आस छड्ड, तू रब दी आस रख, परमात्मा दी आस रख। दोए भाए विगुचीए, गल पई सो जम की फास। दोए कहते ने दूसरा भाव, दोए दूजे भाव दे विच एक परमात्मा नू छड्ड के किसी दूसरे दा प्रेम रखना, भाव रखना, किसी दूसरे दी आस रखनी। सतगुरु जी कहंदे भगत जी दा बचन, हर स्यों हीरा छाड़ के, कर है आन की आस। ते नर दोजक जाहेंगे, सत भाखै रविदास। भगत कबीर साहब जी का बचन है, पर भगत कबीर साहब जी कहते भगत रविदास साहब जी गवाही भरते ने, सच कहते ने, जिहड़े एक नूं छड्ड के किसी दूसरे की आस रखते हैं। एक मालक तो बिना कीते हुए कर्म भी इन्हां सारे व्यर्थ चले जाते हैं, क्योंकि जिन्ना चिर साडे अंदर रब लई प्रेम नहीं है, बाकी कीते कर्म भी व्यर्थ चले जाणगे, दिखावे दे कर्म। वो फिर महाराज कहंदे भगत जी दा बचन, क्या जप क्या तप क्या व्रत पूजा, जाके हृदय भाओ है दूजा रे। जन मन माधो स्यों लाई है, चतुराई ना चतुर्भुज पाई है। पर हर लोभ हर लोकाचार, पर हर काम क्रोध अहंकार। कर्म करत बद्धे अहमीब, मिल पाथर की करही सेव।
सतगुरु जी कहते एक तो बिना हालत ओदी इस तरह दी है, दोए भाए विगुचीए, विगुचीए तो भाव है खुआर होना। बंदा मेहनत भी करे ते पल्ले कुछ भी ना पवे। दोए भाए दी हालत यह है भी जिमें हिरन है ना मृग है, चमकदी रेत नूं वेख के भटकदा है, दौड़दा है, पर पल्ले कुछ भी नहीं पैंदा। हालत यह है। वो फिर हालत ऐसी है भी तेली दे बलद वर्गी मेहनत भी कर रहा है, ਉਹਨੂੰ लगता भी पता नहीं किन्ना कुछ सफ़र तय कर लिया है। भाई गुरदास साहिब जी कहते जैसे बैल तेली को जानत कई कोस चलियो, नैन उग्रत वाहो ठाहो ही ठिकानो है। जे भाओ दूजा है भाए दूजा है, फिर समझ लो भावें सारी जिंदगी लंघ जावे, भावें कई जन्म ले लै, फिर भी कुछ प्राप्त नहीं होएगा जे अंदर भाव दूजा ते कर्म कर रहा है। भाई साहब जी कहते जैसे बैल तेली को जानत कई कोस चलियो, नैन उग्रत वाहो ठाहो ही ठिकानो है। जैसे जेवरी बटत आंदरो अचिंत चिंत, खात जात बचरो टटोरो पछतानो है। अन्ना मनुख रस्सी वटदा पिया है, वछेरा जिहड़ा खा रहा है वो सोचता है भी पता नहीं किन्नी क वट ली होनी। बंदा सोचता भी हुण तां मैं बहुत उच्ची अवस्था ते पहुँच गया होवांगा, पर यह नहीं वेख्या भी अंदर बदलाव आया कि नहीं आया, अंदर निमरता आई कि नहीं आई। हंकार ताजे भी प्रबल हो गया है। अंदर आनी सी निमरता, इन्ना समा हो गया पर आ गया हंकार। मारे कहंदे गल केड़ी होई, नावण चले तीरथी मन खोटे तन चोर। एक भाव लथी नहातियां दोए पा चढ़ी सहोर, बाहर धोती तुमड़ी अंदर विसन कोर। साध भले अणनातियां चोर से चोरा चोर। सारी जिंदगी लंघ गई, सोचदा है भी बड़ी वड्डी अवस्था हो जाए होगी होवेगी, पर अंदर तां हंकार नाल भर गया है। अंदर पल्ले कुछ भी नहीं पिया है, अंदर अग बह रही है। जिवें गुरु हरगोबिंद साहिब जी कोल आउंदा है एक बड़ा कहंदे शांत स्वरूप है, उहदे अंदर बड़ा हंकार सी भी मैं बड़ा शांत स्वरूप। उन्हें ना भी इस तरह रखाया है, श्री खंडी महाराज अब बड़ा वड्डा ना रखाया सी। हुण भाई सुथरे शाह सी जिहड़े ना बड़े बड़े पखंडियां दे पाज उघाड़दे सन, वो अपने आप नूं बड़ा ते सामने आके ना महाराज दे बराबर बैठ गया। भाई सुथरे शाह नूं बड़ा इहदे विच होया भी महाराज दा सत्कार ही नहीं कीता। सतगुरु जी ने जिहड़ा भी आउंदा महाराज सारियां दा सत्कार करदे, पर इहदे अंदर हंकार बड़ा सी भी मैं बड़ा त्यागी हाँ, मेरे वर्गा शांत स्वरूप कोई नहीं है। जदों भाई सुथरे शाह जी ना महाराज दे चोर कर रहे ने गुरु हरगोबिंद साहिब जी दे, पिछे बैठा है ये महाराज दे सामने बैठा ते भाई सुथरे शाह जी पिछों जिवें कोई मजाक करदा हुंदा है इस तरह करते ने भी वेखदे आ भी किड्डा क शांत है। पहला तो चुप रहा, फिर अंदरों अंदरी पी गया अपने गुस्से नूं। जदों ना हटिया ना भाई सुथरे शाह जी ना हटे ते ये बड़े गुस्से विच आके जिहड़ा कहंदा सी मैं बड़ा शांत हाँ, बड़े गुस्से विच आके बोलन लग्या भी मेरी तां इत्थे बेपत्ती कीती जा रही, मेरा अनादर कीता जा रहा है। बहुत गुस्से विच आ गया। मारे कहंदे गुरु हरगोबिंद साहिब जी कहंदे तुसीं तां बड़े शांत स्वरूप हो,
पर तुसी तां इस तरह भड़ के भी अंदर अग लैके बैठे सी, हुण बाहर आ गई है। अंतर अगन बाहर तन सुआर। बहुता शांत कहाउण वाला कई बार बहुती अग वराउंदा है। भाव अंदर पता नहीं किन्नी क अग लैके बैठा है। जिहड़ा कह रहा भी बड़ा शांत हाँ, बड़ा त्यागी हाँ, मेरे वर्गा त्यागी कोई नहीं। गुरु साहिब जी कहते पर अंदर ये भावना, ये बिरती पैदा हो गई है ना भी मेरे वर्गा त्यागी नहीं, समझ ला तू बहुत कुछ इकट्ठा करके बैठा है। माया तजी तो क्या होया, जो मान तजया ना जाए। मान मुनि मुनवर गले, मान सभै को खाए। की होया माया त्याग दिती, पर माया का मान तो नहीं गया, गुमान तो नहीं गया है। बिरती वो पैदा होगी। सतगुरु जी कहते पाओ दूजा तपदा पिया है, दूजे पाए बेगुचीए, गल पई सो जम की फास। जमा दी फाही पै गई है, क्षमा दा डर पै गया है, चिंता बड़ी रहिंदी है। जेहा बीजे सो लुणै, मत्थे जो लिखियास। जो बंदा बीजेगा वो लुणे भाव वड्डदा है, उही प्राप्त करता है। जैसा बीजे सो लुणे, कर्मा संदड़ा खेत। सतगुरु जी कहते शरीर खेत जो बीजिए, कर्म सो अंत खलोआ आए। वो अखीर वेले आ जाएगा। जो बीजेगा भावें चंगा बीज लै, भावें माड़ा बीज लै। गुरु साहिब जी कहते बीज रिया है, पाप तो पहले ही ने मारे। कहते गुरु साहिब जी, गुरु नानक साहिब जी का मारू राग विच बचन आउंदा ना, करनी कागत मन मसवाणी, बुरा भला दुए लेख पए। ज्यों ज्यों किरत चलाए त्यों चलीए, तो गुण नाही अंत हरे। चित चेतस की नहीं बावरिया, हर बिसरत तेरे गुण गलिया। जाली रैन जाल दिन हुआ, जीती कड़ी फाही तेती। रस रस जोग चुगै नित फासे, छूट समूड़े कवन गुणी। किवें छुटेगा? दिन भी रात भी हर वक्त जाड़ ही पिया होया है, माड़े कर्म। सतगुरु जी कहते हालत ऐसी बनी है, काया आरण मन विच लोहा। पंच अगन तित लाग रही, कोयले पाप पड़े तिस ऊपर। मन जलिया सन्नी चिंत पई। सड़ रहा है मन, चिंता दी सन्नी दे नाल होर सड़ रहा है। पापां दे कोले पा रहे हैं। जो बीजेगा वड्डना पएगा। साहिब जी कह रहे ने रैन विहाणी पछताणी, उठ चली गई निरास। रैन विहाणी जिहड़ी जिंदगी दी रात सी ना, उम्र दी रात, वो